ਕਿ ਸਰਕਾਰਾਂ ਨੂੰ ਇੰਨਾ ਤਾਂ ਸਮਝਣਾ ਚਾਹੀਦਾ ਹੈ ਕਿ ਕਹਿੰਦੇ ਕੌਮ ਨੂੰ ਬਚਾਓ, ਇਸ ਦੇਸ਼ ਨੂੰ ਬਚਾਓ, ਆਪਣੇ ਪੰਜਾਬੀ ਇਸ ਭੇਸ ਨੂੰ ਬਚਾਓ। ਕਹਿੰਦੇ ਸਾਡੀ ਕੈਸੀ ਹੈ ਸਿਆਸਤ ਵੀ ਅਥਰੀ ਹੈ, ਜੀਣਾ ਕੀ ਸਿਖਾਓ ਸਾਨੂੰ ਕੌਮ ਨੂੰ। ਤੱਤੇ ਦੁੱਧ ਨੂੰ ਹੀ ਜਾਗ ਲਾਉਣ ਟੁਰ ਪਏ, ਅਜੇ ਮਸਲੇ ਬੜੇ ਨੇ ਹੱਲ ਹੋਣ ਨੂੰ। ਬ੍ਰਿਟਿਸ਼ ਨੂੰ ਫੋਲੋ ਕਰਨਾ ਚਾਹੁੰਦੇ ਆ ਅਸੀਂ, ਵੈਸਟ ਫੋਲੋ ਕਰਨਾ ਚਾਹੁੰਦੇ ਆ, ਵੈਸਟਰਨ ਕਲਚਰ। ਬਟ ਉਧਰ ਦਾ ਵੈਸਟਰਨ ਕਲਚਰ ਦਾ ਔਰ ਇੰਡੀਆ ਦਾ ਤੁਸੀਂ ਇੱਕ ਚੀਜ਼ ਦੇਖੋ, ਤੁਸੀਂ ਫੋਲੋ ਕਰਨਾ ਚਾਹ ਰਹੇ ਹੋ, ਉਹਨਾਂ ਦੇ ਇੱਕ ਵੀ ਬੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਸਰਕਾਰਾਂ ਭੱਜ ਕੇ ਉਹਦੀ ਕਵਰ ਕਰ ਲੈਂਦੀਆਂ ਨੇ, ਭਾਵੇਂ ਉਹ ਹਿੰਦੁਸਤਾਨ 'ਚ ਭਾਵੇਂ ਕਿਹੜੇ ਵੀ ਮੁਲਕ 'ਚ। ਅੱਜ ਇੰਨਾ ਕਿਸਾਨ ਪਰਿਵਾਰ ਭਰਾ ਸਾਡੇ ਸੜਕਾਂ ਦੇ ਉੱਤੇ ਰੁਲਦੇ ਪਏ, ਸਾਡੀ ਸਰਕਾਰ ਹੀ ਨਹੀਂ ਸੁਣਦੀ ਪਈ। ਕੀ ਅਸੀਂ ਇਸ ਸਰਕਾਰ ਨੂੰ ਨਾਮ ਦਈਏ? ਇੱਕ ਪਾਸੇ ਅੱਜ ਮੀਟਿੰਗ ਹੁੰਦੀ ਹੈ, ਮੀਟਿੰਗ ਦੇ ਵਿੱਚ ਇੱਕ ਪਾਸੇ ਸ਼ਰਧਾਂਜਲੀ ਦੇ ਦਿੰਦੇ ਨੇ, ਦੂਜੇ ਪਾਸੇ ਮਤਲਬ ਕਿ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਕੀ ਇਹ ਡਰਾਮਾ ਹੈ? ਕਿਉਂਕਿ ਜਿਹੜੇ ਜਿਉਂਦੇ ਆ ਉਹਨਾਂ ਨੂੰ ਤਾਂ ਦੇਖਿਆ ਨਹੀਂ ਜਾ ਰਿਹਾ, ਤੇ ਇਹਨਾਂ ਵਿੱਚੋਂ ਵੀ ਪਤਾ ਨਹੀਂ ਕਿੰਨੇ ਕੁ ਭਰਾਵਾਂ ਨੂੰ ਕਿੰਨੀਆਂ ਦਿੱਕਤਾਂ ਕਿੰਨੇ ਬਜ਼ੁਰਗਾਂ ਨੂੰ ਆਉਣੀਆਂ ਨੇ। ਰੱਬ ਨਾ ਕਰੇ ਕਿਸੇ ਦੀ ਜਾਨ ਚਲੇ ਜਾਂਦੀ ਹੈ, ਫਿਰ ਉੱਥੇ ਬੈਠ ਕੇ ਫਿਰ ਸ਼ਰਧਾਂਜਲੀਆਂ ਦਾ ਦੌਰ ਸ਼ੁਰੂ ਹੋ ਜਾਊਗਾ। ਇਹ ਕਿਤੇ ਨਾ ਕਿਤੇ ਸਾਡੇ ਆਮ ਲੋਕਾਂ ਦੀ ਵੀ ਗਲਤੀ ਆ। ਅਸੀਂ ਕਿਤੇ ਨਾ ਕਿਤੇ ਧਰਮ 'ਚ ਪੈ ਕੇ ਜਾਂ ਵੋਟਾਂ ਇੱਕ ਜਣੇ ਨੂੰ ਦੇਣ ਲੱਗਦੇ ਤੇ ਉਹਨੂੰ ਹੀ ਦਿੰਦੇ ਰਹਿੰਦੇ ਆ। ਬਟ ਵੋਟ ਦੇਣ ਲਈ ਹੁਣ ਸਾਨੂੰ ਇਸ ਚੀਜ਼ ਤੋਂ ਬਹੁਤ ਵੱਡਾ ਸਬਕ ਲੈਣਾ ਚਾਹੀਦਾ ਹੈ ਕਿ ਸਾਡੀ ਵੋਟ ਇੱਕ ਬਹੁਤ ਵੱਡਾ ਸਾਡੇ ਹੱਥ 'ਚ ਅਧਿਕਾਰ ਆ, ਔਰ ਇਹਨੂੰ ਕੀਮਤੀ ਸਮਝ ਕੇ ਜੋ ਅਸਲ 'ਚ ਡਿਜ਼ਰਵ ਕਰਦਾ ਆ ਔਰ ਜੋ ਕਾਬਿਲ ਕੈਂਡੀਡੇਟ ਆ ਉਹਨੂੰ ਹੀ ਵੋਟ ਦੇਣੀ ਚਾਹੀਦੀ, ਨਾ ਕਿ ਇੱਦਾਂ ਦੇ ਅਨਪੜ੍ਹਾਂ ਨੂੰ ਜਿਹਦੇ ਤੋਂ ਜ਼ਿਆਦਾ ਯੂਥ ਜਾਂ ਆਮ ਲੋਕੀ ਪੜ੍ਹੇ ਹੋਏ ਆ। ਹੋਮ ਮਿਨਿਸਟਰ ਐਂਡ ਪ੍ਰਾਈਮ ਮਿਨਿਸਟਰ ਤੋਂ ਜ਼ਿਆਦਾ ਤਾਂ ਈਵਨ ਕਿ ਫਾਰਮਰਸ ਹੀ ਪੜ੍ਹੇ ਹੋਏ ਆ। ਤੁਸੀਂ ਮੀਟਿੰਗਾਂ ਕਰਨ ਇੰਗਲੈਂਡ ਜਾਂਦੇ ਹੋ, ਤੁਸੀਂ ਮੀਟਿੰਗਾਂ ਕਰਨ ਕੈਨੇਡਾ ਜਾਂਦੇ ਹੋ, ਅਮਰੀਕਾ ਜਾਂਦੇ ਹੋ, ਕੀ ਗੱਲ ਇੱਥੋਂ 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਨਹੀਂ ਆਇਆ ਜਾ ਸਕਦਾ? ਵਾਟ ਦਾ ਹੈਲ ਇਜ਼ ਦੈਟ? ਹੁਣ ਮੈਨੂੰ ਇੰਡੀਅਨ ਕਹਿਣ ਲਈ ਬਹੁਤ ਅਸ਼ੇਮ ਫੀਲ ਹੋ ਰਹੀ ਹਾਂ ਮੈਂ। ਕੌਮ ਨੂੰ ਬਚਾਓ, ਇਸ ਦੇਸ਼ ਨੂੰ ਬਚਾਓ, ਆਪਣੇ ਪੰਜਾਬੀ ਇਸ ਭੇਸ ਨੂੰ ਬਚਾਓ। ਐਂਡ ਲੈਸ ਪੰਜਾਬੀ ਤੁਹਾਨੂੰ ਆਖਦੇ ਨੇ ਸਾਰੇ, ਐਂਡ ਕਿੰਜ ਕਰਾਉਣੀ ਉਸ ਗੱਲ ਉੱਤੇ ਆਓ। ਰੂਹਾਂ ਨਾਲ ਸਾਥ ਕੋਈ ਆਪਣਾ ਪੁਗਾਓ, ਜਾਓ ਤੇ ਗਰੀਬਾਂ ਤੋਂ ਦੁਆਵਾਂ ਲੈ ਕੇ ਆਓ। ਇਹਨਾਂ ਦਾ ਦਿਲ ਨਾ ਦੁਖਾਓ, ਐਵੇਂ ਧੱਕੇ ਨਾ ਲਾਓ, ਐਵੇਂ ਕੱਢੋ ਨਾ ਗਾਲਾਂ ਫੋਕਾ, ਰੋਬ ਵੀ ਨਾ ਪਾਓ, ਅੱਤਵਾਦੀ ਨਾ ਸਾਨੂੰ ਦੱਸੋ। ਇਹ ਖੁਦ ਵੀ ਤੁਸੀਂ ਸਮਝੋ, ਜਾ ਕੇ ਲੋਕਾਂ ਨੂੰ ਸਮਝਾਓ। ਬੁੱਢੇ ਰੁੱਖਾਂ ਤੋਂ ਹੀ ਨਿੱਤ ਦਾ ਸਲਾਮ ਲੈ ਕੇ ਆਓ। ਐਂਡ ਲੈਸ ਪੰਜਾਬੀ ਐਂਡ ਪੂਰੀ ਕਰਾਓ। ਇੱਥੋਂ ਚੱਕੋ ਲੈ ਜਾਓ ਢੋਲ ਜਾਂ ਪ੍ਰਦੇਸ਼ 'ਚ ਵਜਾਓ, ਬਟ ਆ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਾਓ। ਕੜਾਕੇ ਦੀ ਠੰਡ ਉਤੋਂ ਵਰਦਾ ਮੀਂਹ, ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਨੇ। ਕੁੰਡਲੀ ਬਾਰਡਰ ਦੀਆਂ ਤਸਵੀਰਾਂ ਨੇ, ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ। ਇਤਿਹਾਸ ਸਿਰਜਿਆ ਜਾ ਰਿਹਾ ਹੈ। ਜਦੋਂ ਵੀ ਗੱਲ ਹੋਵੇਗੀ ਕੁੰਡਲੀ ਬਾਰਡਰ ਦੇ ਅੰਦੋਲਨ ਦੀ, ਤਾਂ ਅੰਦੋਲਨ ਦੇ ਵਿੱਚ ਮੀਂਹ ਦਾ ਜ਼ਿਕਰ ਹੋਏਗਾ, ਤਾਂ ਮੀਂਹ ਉਹ ਇੱਕ ਭਾਵਨਾ ਬਣਾਏਗਾ। ਕਿਉਂਕਿ ਅਜਿਹੇ ਦੌਰ ਦੇ ਵਿੱਚ ਅਜਿਹੀਆਂ ਗੱਲਾਂ ਹੋ ਜਾਣੀਆਂ ਤਾਂ ਇੱਕ ਇਤਿਹਾਸ ਦਾ ਉਹ ਪਲ ਹੁੰਦਾ ਹੈ ਜਿਸ ਨੂੰ ਯਾਦ ਕਰਕੇ ਲੋਕ ਫਿਰ ਇਹਨਾਂ ਲੋਕਾਂ ਨੂੰ ਬਹੁਤ ਯੋਧੇ ਮੰਨਦੇ ਨੇ। ਸੱਚਮੁੱਚ ਇਹ ਲੋਕ ਯੋਧੇ ਨੇ ਜੋ ਠੰਡ ਦੇ ਵਿੱਚ ਮੀਂਹ ਦੇ ਵਿੱਚ ਇੱਥੇ ਡਟੇ ਹੋਏ ਨੇ। ਪਰ ਗੱਲ ਜਦੋਂ ਸਰਕਾਰਾਂ ਦੀ ਕਰੀਏ ਤਾਂ ਸਰਕਾਰਾਂ ਦੇ ਉੱਤੇ ਹਲੇ ਵੀ ਸਵਾਲੀਆ ਚਿੰਨ੍ਹ ਨੇ। ਸਵਾਲ ਇਹੀ ਨੇ ਕਿ ਕਦੋਂ ਤੱਕ ਇਹਨਾਂ ਕਿਸਾਨਾਂ ਨੂੰ ਇਸ ਤਰ੍ਹਾਂ ਅਣਦੇਖਿਆ ਕੀਤਾ ਜਾਵੇਗਾ। ਇੱਕ ਪਾਸੇ ਸਰਕਾਰ ਸ਼ਰਧਾਂਜਲੀਆਂ ਦੇ ਰਹੀ ਹੈ ਤੇ ਦੂਜੇ ਪਾਸੇ ਇਹਨਾਂ ਕਿਸਾਨਾਂ ਦੀ ਸੁਣੀ ਨਹੀਂ ਜਾ ਰਹੀ। ਮੀਟਿੰਗਾਂ ਤੇ ਮੀਟਿੰਗਾਂ ਰੱਖੀਆਂ ਜਾ ਰਹੀਆਂ ਨੇ। ਇਸ ਅੰਦੋਲਨ ਨੂੰ ਸਮਰਥਨ ਦੇ ਲਈ ਬਹੁਤ ਸਾਰੇ ਲੋਕ ਇੱਥੇ ਆ ਰਹੇ ਨੇ। ਕੋਈ ਲੋਕ ਕੁੰਡਲੀ ਬਾਰਡਰ ਆ ਰਹੇ ਨੇ ਤੇ ਕਈ ਟਿਕਰੀ ਬਾਰਡਰ ਤੇ ਜਾ ਰਹੇ ਨੇ, ਜਾਂ ਫਿਰ ਵੱਖ-ਵੱਖ ਬਾਰਡਰਾਂ ਤੇ ਲੋਕ ਸਮਰਥਨ ਦੇ ਲਈ ਆ ਰਹੇ ਨੇ। ਇਹਨਾਂ ਲੋਕਾਂ ਦੇ ਵਿੱਚ ਗਾਇਕ ਕਲਾਕਾਰ ਵੀ ਨੇ, ਕਈ ਲੇਖਕ ਵੀ ਨੇ ਤੇ ਵੱਖ-ਵੱਖ ਰੁਚੀ ਰੱਖਣ ਵਾਲੇ ਲੋਕ ਕਿਸਾਨੀ ਮੋਰਚੇ ਨੂੰ ਆਪਣਾ ਸਹਿਯੋਗ ਦੇ ਰਹੇ ਨੇ। ਸਾਡੇ ਨਾਲ ਕੁਝ ਹੋਰ ਸੱਜਣ ਹੈਗੇ ਨੇ, ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਸਮਰਾਟ ਮਹਾਸ਼ੇ। ਸਮਰਾਟ ਜੀ, ਕੀ ਤੁਸੀਂ ਕੁਝ ਲਿਖਦੇ ਹੋ ਜਾਂ ਫਿਰ? ਹਾਂਜੀ ਲਿਖਦੇ ਹਾਂ ਜੀ, ਥੋੜ੍ਹਾ ਬਹੁਤ ਕੋਸ਼ਿਸ਼ ਕਰੀਦੀ ਹੈ ਲਿਖਣ ਦੀ। ਕਿੱਥੋਂ ਆਏ ਹੋ ਜੀ? ਭਾਗਸੂਨਾਗ ਹਿਮਾਚਲ। ਹਿਮਾਚਲ ਤੋਂ ਆਏ ਹੋ? ਹਾਂਜੀ। ਵਾਹ ਵਾਹ। ਤੇ ਸਾਨੂੰ ਤਾਂ ਇਹੀ ਸੀ ਵੀ ਹੁਣ ਤੋਂ ਯੂਪੀ ਤੇ ਆ ਰਹੇ ਨੇ ਜਾਂ ਹਰਿਆਣੇ ਤੋਂ, ਦੇਖੇ ਰਾਜਸਥਾਨ ਤੋਂ, ਮੱਧ ਪ੍ਰਦੇਸ਼ ਤੋਂ। ਬੇਸ਼ੱਕ ਇੱਥੇ ਆਏ ਹੋਏ ਨੇ ਪਰ ਸਾਡੀ ਪਹਿਲੀ ਮੁਲਾਕਾਤ ਹੈ ਹਿਮਾਚਲ ਦੇ ਬੰਦੇ ਦੀ। ਤੁਹਾਡਾ ਇਹ ਤੋਂ ਪਹਿਲਾਂ ਅਸੀਂ ਕੋਈ ਗੀਤ ਵਗੈਰਾ ਜਾਂ ਤੁਸੀਂ ਲਿਖਿਆ ਉਹ ਸੁਣੀਏ, ਪਰ ਇਸ ਕਾਨੂੰਨ ਬਾਰੇ ਤੇ ਮਾਹੌਲ ਹੈ। ਅੱਜ ਬਾਈ ਜੀ ਤੁਸੀਂ ਖੜੇ ਹੋ, ਇਹ ਲੋਕ ਖੜੇ ਨੇ, ਇਹ ਬਾਈ ਜੀ ਖੜੇ ਨੇ, ਆਪਾਂ ਸਾਰੇ ਜਿੰਨੇ ਵੀ ਇੱਥੇ ਖੜੇ ਨੇ, ਮੈਂ ਜ਼ਰੂਰ ਕਹਾਂਗਾ ਜਿਹੜੇ ਲੋਕ ਇਹ ਖੜੇ ਨੇ ਇਹਨਾਂ ਨੂੰ ਕੈਮਰੇ ਦੇ ਉੱਤੇ ਜ਼ਰੂਰ ਦਿਖਾਇਆ ਜਾਵੇ, ਕਿਉਂਕਿ ਇਹ ਸਾਡੇ ਇਤਿਹਾਸ ਦਾ ਹਿੱਸਾ ਨੇ। ਘੁਮਾ ਦਿਓ ਕੈਮਰਾ, ਘੁਮਾ ਦਿਓ ਇਹਨਾਂ ਦੇ ਉੱਤੇ। ਇਹ ਲੋਕ ਵੀ ਇਤਿਹਾਸ ਦਾ ਹਿੱਸਾ ਨੇ। ਜਦੋਂ ਗੱਲ ਅੰਦੋਲਨ ਦੇ ਵਿੱਚ ਯੋਧਿਆਂ ਦੀ ਹੋਏਗੀ ਤਾਂ ਇਹਨਾਂ ਲੋਕਾਂ ਦਾ ਬੇਸ਼ੱਕ ਨਾਮ ਨਹੀਂ ਪਤਾ ਹੋਏਗਾ, ਪਰ ਇਹ ਲੋਕ ਆਪਣੇ ਆਪ ਦੇ ਵਿੱਚ ਉਸ ਇਤਿਹਾਸ ਦਾ ਹਿੱਸਾ ਨੇ, ਹਿੱਸਾ ਹੋਣਗੇ। ਤੇ ਇਹਨਾਂ ਕਾਨੂੰਨਾਂ ਬਾਰੇ ਕੀ ਸੋਚਦੇ ਹੋ ਤੁਸੀਂ? ਤੇ ਜੋ ਇਹ ਮਾਹੌਲ ਹੈ ਜੀ
ਕੁਦਰਤ ਨੇ ਵੀ ਉੱਤੋਂ ਇੱਕ ਇਤਿਹਾਸ ਮੈਂ ਕਹਿੰਦਾ ਸਿਰਜਣ ਦੇ ਲਈ ਅੱਜ ਮੀਂਹ ਪਾਇਆ, ਕਿਵੇਂ ਵੇਖਦੇ ਹੋ? ਹੁਣ ਦੇਖਣ ਦਾ ਤਾਂ ਪਹਿਲੀ ਗੱਲ ਤਾਂ ਇਹੀ ਕਹੀ ਜਾ ਸਕਦੀ ਹੈ ਜੀ ਕਿ ਸਰਕਾਰਾਂ ਨੂੰ ਇੰਨਾ ਤਾਂ ਸਮਝਣਾ ਚਾਹੀਦਾ ਹੈ ਕਿ ਕਹਿੰਦੇ ਕੌਮ ਨੂੰ ਬਚਾਓ, ਇਸ ਦੇਸ਼ ਨੂੰ ਬਚਾਓ, ਆਪਣੇ ਪੰਜਾਬੀ ਇਸ ਭੇਸ ਨੂੰ ਬਚਾਓ। ਕਹਿੰਦੇ ਸਾਡੀ ਕੈਸੀ ਸਿਆਸਤ ਵੀ ਅਥਰੀਏ, ਜੀਣਾ ਕੀ ਸਿਖਾਊ ਸਾਨੂੰ ਕੌਮ ਨੂੰ, ਤੱਤੇ ਦੁੱਧ ਨੂੰ ਹੀ ਜਾਗ ਲਾਉਣ ਟੁਰ ਪਏ, ਅਜੇ ਮਸਲੇ ਬੜੇ ਨੇ ਹੱਲ ਹੋਣ ਨੂੰ। ਸੋ ਮੋਦੀ ਸਾਹਿਬ ਨੂੰ ਜੇ ਇਹ ਚੀਜ਼ਾਂ ਨਹੀਂ ਨਜ਼ਰ ਆ ਰਹੀਆਂ ਹੈਗੀਆਂ, ਅੱਜ ਆਪਾਂ ਬ੍ਰਿਟਿਸ਼ ਨੂੰ ਫੋਲੋ ਕਰਨਾ ਚਾਹੁੰਦੇ ਆ, ਅਸੀਂ ਵੈਸਟ ਫੋਲੋ ਕਰਨਾ ਚਾਹੁੰਦੇ ਆ, ਵੈਸਟਰਨ ਕਲਚਰ, ਬਟ ਉਧਰ ਦਾ ਵੈਸਟਰਨ ਕਲਚਰ ਦਾ ਔਰ ਇੰਡੀਆ ਦਾ ਤੁਸੀਂ ਇੱਕ ਚੀਜ਼ ਦੇਖੋ, ਤੁਸੀਂ ਫੋਲੋ ਕਰਨਾ ਚਾਹ ਰਹੇ ਹੋ, ਉਹਨਾਂ ਦੇ ਇੱਕ ਵੀ ਬੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਸਰਕਾਰਾਂ ਭੱਜ ਕੇ ਉਹਦੀ ਕਵਰ ਕਰ ਲੈਂਦੀਆਂ ਨੇ, ਭਾਵੇਂ ਉਹ ਹਿੰਦੁਸਤਾਨ 'ਚ ਭਾਵੇਂ ਕਿਹੜੇ ਵੀ ਮੁਲਕ 'ਚ। ਅੱਜ ਇੰਨਾ ਕਿਸਾਨ ਪਰਿਵਾਰ ਭਰਾ ਸਾਡੇ ਸੜਕਾਂ ਦੇ ਉੱਤੇ ਰੁਲਦੇ ਪਏ, ਸਾਡੀ ਸਰਕਾਰ ਹੀ ਨਹੀਂ ਸੁਣਦੀ ਪਈ, ਕੀ ਅਸੀਂ ਇਸ ਸਰਕਾਰ ਨੂੰ ਨਾਮ ਦਈਏ? ਮੁਸ਼ਕਿਲ ਹੈ ਜੀ, ਬਟ ਮੋਦੀ ਸਾਹਿਬ ਨੂੰ ਜ਼ਰੂਰ ਚਾਹੀਦਾ ਹੈ ਇਸ ਸਮੇਂ ਦੇ ਉੱਤੇ ਕਿ ਹੈ ਨਾ, ਸਾਰੇ ਜਿੰਨੇ ਭਰਾ ਇਕੱਠੇ ਹੋਏ ਨੇ ਸਾਰਿਆਂ ਨੂੰ ਸੁਣਨਾ ਚਾਹੀਦਾ ਹੈ। ਘੱਟੋ ਘੱਟ ਇੰਨੇ ਦਿਨ ਹੋ ਗਏ, ਅੱਜ 38ਵਾਂ ਦਿਨ ਚੱਲਦਾ ਪਿਆ ਹੈ, ਮੀਟਿੰਗ ਉੱਤੇ ਮੀਟਿੰਗ ਉੱਤੇ ਮੀਟਿੰਗ, ਬਟ ਰਾਜੇ ਨੂੰ ਆਪ ਵੀ ਆ ਕੇ ਕਦੀ ਬੈਠਣਾ ਚਾਹੀਦਾ ਇਹਨਾਂ ਦੇ ਵਿੱਚ। ਤੁਸੀਂ ਮੀਟਿੰਗਾਂ ਕਰਨ ਇੰਗਲੈਂਡ ਜਾਂਦੇ ਹੋ, ਤੁਸੀਂ ਮੀਟਿੰਗਾਂ ਕਰਨ ਕੈਨੇਡਾ ਜਾਂਦੇ ਹੋ, ਅਮਰੀਕਾ ਜਾਂਦੇ ਹੋ, ਕੀ ਗੱਲ ਇੱਥੋਂ 30 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਨਹੀਂ ਆਇਆ ਜਾ ਸਕਦਾ? ਵਾਟ ਦਾ ਹੈਲ ਇਜ਼ ਦੈਟ? ਉਹ ਕਹਿੰਦੇ ਜੀ ਜੰਗ ਛੇੜੋ, ਕੌਮ ਨੂੰ ਬਚਾਓ, ਇਸ ਦੇਸ਼ ਨੂੰ ਬਚਾਓ, ਆਪਣੇ ਪੰਜਾਬੀ ਇਸ ਭੇਸ ਨੂੰ ਬਚਾਓ, ਐਂਡ ਲੈਸ ਪੰਜਾਬੀ ਤੁਹਾਨੂੰ ਆਖਦੇ ਨੇ ਸਾਰੇ, ਐਂਡ ਕਿੰਜ ਕਰਾਉਣੀ ਉਸ ਗੱਲ ਉੱਤੇ ਆਓ। ਰੂਹਾਂ ਨਾਲ ਸਾਥ ਕੋਈ ਆਪਣਾ ਪੁਗਾਓ, ਜਾਓ ਤੇ ਗਰੀਬਾਂ ਤੋਂ ਦੁਆਵਾਂ ਲੈ ਕੇ ਆਓ। ਇਹਨਾਂ ਦਾ ਦਿਲ ਨਾ ਦੁਖਾਓ, ਐਵੇਂ ਧੱਕੇ ਨਾ ਲਾਓ, ਐਵੇਂ ਕੱਢੋ ਨਾ ਗਾਲਾਂ ਫੋਕਾ, ਰੋਬ ਵੀ ਨਾ ਪਾਓ, ਅੱਤਵਾਦੀ ਨਾ ਸਾਨੂੰ ਦੱਸੋ। ਇਹ ਖੁਦ ਵੀ ਤੁਸੀਂ ਸਮਝੋ, ਜਾ ਕੇ ਲੋਕਾਂ ਨੂੰ ਸਮਝਾਓ, ਬੁੱਢੇ ਰੁੱਖਾਂ ਤੋਂ ਹੀ ਨਿੱਤ ਦਾ ਸਲਾਮ ਲੈ ਕੇ ਆਓ, ਐਂਡ ਲੈਸ ਪੰਜਾਬੀ ਐਂਡ ਪੂਰੀ ਕਰਾਓ। ਇੱਥੋਂ ਚੱਕੋ ਲੈ ਜਾਓ ਢੋਲ ਜਾਂ ਪ੍ਰਦੇਸ਼ 'ਚ ਵਜਾਓ, ਬਟ ਆ ਜਿਹੜੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਾਓ, ਕਾਨੂੰਨ ਰੱਦ ਕਰਾਓ ਜੀ ਕਿਸੇ ਵੀ ਤਰੀਕੇ ਚਾਹੀਦਾ ਹੈ। ਅੱਜ ਦੀਆਂ ਸਰਕਾਰਾਂ ਇਹ ਉੱਚੇ ਤਖਤ ਬੋਲੇ ਤਖਤ ਨੇ ਜੀ, ਇਹ ਸੁਣਦੇ ਨਹੀਂ, ਇਹਨਾਂ ਨੂੰ ਬੋਲੇ ਮੰਦਰ ਆਖਾਂਗੇ ਅਸੀਂ ਆਪਣੀ ਭਾਸ਼ਾ ਦੇ ਵਿੱਚ, ਜਿਨ੍ਹਾਂ ਨੂੰ ਸਾਡੀ ਆਵਾਜ਼ ਨਹੀਂ ਸੁਣਦੀ ਪਈ। ਅੱਜ ਲੱਖਾਂ ਕਿਸਾਨ ਸੜਕਾਂ ਦੇ ਉੱਤੇ ਰੁਲਿਆ ਫਿਰਦਾ, ਤੁਸੀਂ ਉਹਨਾਂ ਉੱਤੇ ਆਂਸੂ ਗੈਸ ਦੇ ਗੋਲੇ ਸੁੱਟਦੇ ਪਏ ਹੋ, ਤੁਸੀਂ ਪਾਣੀ ਦੀਆਂ ਬੁਛਾਰਾਂ ਕਰਦੇ ਪਏ ਹੋ। ਕੱਲ੍ਹ ਤੁਸੀਂ ਦਾਰੂ ਹੇੜਾ ਦੇ ਵਿੱਚ ਆ ਕੇ ਇੰਨੇ ਕਿਸਾਨ ਪਰਿਵਾਰਾਂ ਨੂੰ ਰੋਕਿਆ, ਉੱਥੇ ਤਸ਼ੱਦਦ ਕੀਤੀ, ਉਹਦੇ ਨਾਲ ਕਾਹਦੇ ਵਾਸਤੇ? ਕੋਈ ਰੀਜ਼ਨ ਹੋਣਾ ਚਾਹੀਦਾ, ਆ ਕੇ ਗੱਲ ਕਰੋ, ਬੈਠੋ ਮੀਟਿੰਗ ਉੱਤੇ ਮੀਟਿੰਗ, ਆਪਣੇ ਮੰਤਰੀ ਭੇਜਦੇ ਹੋ, ਕਾਹਦੇ ਵਾਸਤੇ? ਨੋ। ਬਾਕੀ ਇਹੀ ਕਹਿਣਾ ਚਾਹਾਂਗੇ ਜੀ, ਗਲਤ ਹੋ ਰਿਹਾ ਜੋ ਵੀ ਹੋ ਰਿਹਾ ਸਾਡੀ ਭਾਈਚਾਰੇ ਨਾਲ, ਬਹੁਤ ਗਲਤ ਹੋ ਰਿਹਾ ਹੈ ਜੀ। ਔਰ ਜਿੰਨੇ ਵੀ ਮੈਂ ਬੇਨਤੀ ਪ੍ਰਵਾਨ ਕਰੂੰਗਾ ਜੀ, ਆਪਣੇ ਸਾਰੇ ਸਭਾ ਨੂੰ ਜਿੰਨੇ ਆ ਸਕਦੇ ਨੇ ਇੱਥੇ ਪੁੱਜੋ ਜੀ, ਹਮਾ ਕੇ ਪੁੱਜੋ, ਔਰ ਬਿੱਲ ਰੱਦ ਕਰਾ ਕੇ ਹੀ ਜਾਣੇ ਨੇ ਜੀ। ਬਿਲਕੁਲ ਹਰ ਇੱਕ ਦੀ ਜਿਹੜੀ ਭਾਵਨਾ ਹੈਗੀ ਆ ਉਹ ਬਣੀ ਹੋਈ ਹੈ, ਤੇ ਇਸ ਅੰਦੋਲਨ ਦਾ ਹਿੱਸਾ ਜਿੱਥੇ ਮਰਦ ਨੇ ਉੱਥੇ ਔਰਤਾਂ ਦੀ ਬਹੁਤ ਵੱਡੀ ਭੂਮਿਕਾ। ਇੱਕ ਭੈਣ ਖੜੇ ਨੇ ਇੱਥੇ, ਰਾਤ ਦੇ ਸਮੇਂ ਅਸੀਂ ਖੜੇ ਆ। ਭੈਣ, ਸੇਫ ਮਹਿਸੂਸ ਕਰ ਰਹੇ ਹੋ ਤੁਸੀਂ? ਹਾਂਜੀ, ਇੱਥੇ ਸਾਰਾ ਕੁਝ ਬਹੁਤ ਸੇਫ ਆ, ਇੱਕਦਮ ਸਿਕਿਉਰ ਸੀਗੇ ਇੱਥੇ। ਮੈਂ ਦੇਖਿਆ ਤੁਹਾਨੂੰ, ਇੱਥੇ ਸਾਰੇ ਮੁੰਡੇ ਖੁੰਡੇ ਆ ਸਾਰੇ, ਕੋਈ ਕਿਸੇ ਕਿਸਮ ਦਾ ਡਰ ਨਹੀਂ? ਨਹੀਂ, ਇੱਥੇ ਬਿਲਕੁਲ ਸਾਡੇ ਭਰਾ ਆ, ਬਜ਼ੁਰਗ ਆ, ਪਿਤਾ ਜੀ ਵਾਂਗੂ ਆ, ਸਾਰੇ ਬਹੁਤ ਕੇਅਰ ਕਰ ਰਹੇ, ਮੀਨਸ ਲੜਕੇ ਇੰਨੇ ਜ਼ਿਆਦਾ ਸੇਵਾ ਦਿਖਾ ਰਹੇ ਆ, ਸੇਵਾ ਭਾਵਨਾ, ਸਾਰਾ ਕੁਝ ਬਹੁਤ ਸੇਫ ਆ। ਕਿੱਥੋਂ ਆਏ ਤੁਸੀਂ? ਅਸੀਂ ਫਗਵਾੜਾ ਤੋਂ ਆਏ ਆ। ਹੁਣ ਇਸ ਮੌਸਮ ਦੇ ਵਿੱਚ ਇੱਕ ਸਮਾਂ ਸੀ, ਅਸੀਂ ਇਸ ਅੰਦੋਲਨ ਬਾਰੇ ਦੱਸਦੇ ਸੀ, ਪਰ ਅੱਜ ਮੈਨੂੰ ਇੱਕ ਅਲੱਗ ਤਰ੍ਹਾਂ ਦੀ ਫੀਲ ਮਹਿਸੂਸ ਹੋ ਰਹੀ ਹੈ। ਪਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਕੀ ਮਹਿਸੂਸ ਕਰਦੇ ਹੋ? ਠੰਡੀ ਹਵਾ ਹੈ, ਉੱਤੋਂ ਕਈ ਵਾਰ ਕਿਣੀਆਂ ਵੀ ਵਰ ਜਾਂਦੀਆਂ ਨੇ, ਤੇ ਇਹ ਹਾਲਾਤ ਨਾਜ਼ੁਕ ਨੇ, ਪਰ ਇਹ ਮੌਸਮ ਇੱਕ ਇਤਿਹਾਸ ਸਿਰਜਿਆ ਜਾ ਰਿਹਾ, ਕਿਵੇਂ ਵੇਖਦੇ ਹੋ? ਗਵਰਨਮੈਂਟ ਦੀ ਬਹੁਤ ਜ਼ਿਆਦਾ ਗਲਤ ਗੱਲ ਆ। ਐਟਲੀਸਟ ਦੇ ਸ਼ੁੱਡ ਕਮ ਹੇਅਰ, ਉਹਨਾਂ ਨੂੰ ਦੇਖਣਾ ਚਾਹੀਦਾ ਜ਼ਮੀਨੀ ਲੈਵਲ ਤੇ ਆ ਕੇ ਕੀ ਸੱਚਾਈ, ਇੰਨੀ ਠੰਡ 'ਚੋਂ ਰਹਿ ਲੂਗੇ ਆ ਕੇ ਇੰਨੇ। ਵੈਸੇ ਉਹ ਕਹਿ ਰਹੇ ਕਿ ਔਰਤਾਂ ਦੀ ਸੇਫਟੀ ਕਰੋ, ਇਹ ਵੋ, ਹੁਣ ਇੰਨੀਆਂ ਔਰਤਾਂ, ਬੱਚੇ, ਬਜ਼ੁਰਗ ਸੜਕਾਂ ਤੇ ਰੁਲ ਰਹੇ ਆ, ਸਰਕਾਰ ਕਿੱਥੇ ਗਈ ਆ? ਉਹ ਆਪ ਮਹਿਲਾਂ ਦੇ ਵਿੱਚ, ਇਹ ਪ੍ਰਾਈਮ ਮਿਨਿਸਟਰ ਦਾ ਕੰਮ ਨਹੀਂ ਹੁੰਦਾ ਕਿ ਜਨਤਾ ਜੋ ਮਰਜ਼ੀ ਸੜਕਾਂ ਤੇ ਰੁਲੇ ਐਂਡ ਉਹ ਕੋਈ ਸੁਣੇ ਹੀ ਨਾ। ਮੀਨਸ ਕੋਈ ਤਾਂ ਸੁਣਨ ਵਾਲਾ ਹੋਵੇ, ਜੁਡੀਸ਼ਰੀ ਕਹਿ ਲਓ, ਗਵਰਨਮੈਂਟ, ਕੋਈ ਵੀ ਸਾਡੇ ਦੇਸ਼ ਦਾ ਅਸੀਂ ਨਿਆਂ ਲਈ ਕਿਹਦੇ ਕੋਲ ਜਾਈਏ? ਕੋਈ ਇੱਕ ਪਾਸੇ ਅੱਜ ਮੀਟਿੰਗ ਹੁੰਦੀ ਹੈ, ਮੀਟਿੰਗ ਦੇ ਵਿੱਚ ਇੱਕ ਪਾਸੇ ਸ਼ਰਧਾਂਜਲੀ ਦੇ ਦਿੰਦੇ ਨੇ, ਦੂਜੇ ਪਾਸੇ ਮਤਲਬ ਕਿ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ, ਕੀ ਇਹ ਡਰਾਮਾ ਹੈ? ਕਿਉਂਕਿ ਜਿਹੜੇ ਜਿਉਂਦੇ ਆ ਉਹਨਾਂ ਨੂੰ ਤਾਂ ਦੇਖਿਆ ਨਹੀਂ ਜਾ ਰਿਹਾ, ਤੇ ਇਹਨਾਂ ਵਿੱਚੋਂ ਵੀ ਪਤਾ ਨਹੀਂ ਕਿੰਨੇ ਕੁ ਭਰਾਵਾਂ ਨੂੰ ਕਿੰਨੀਆਂ ਦਿੱਕਤਾਂ, ਕਿੰਨੇ ਬਜ਼ੁਰਗਾਂ ਨੂੰ ਆਉਣੀਆਂ ਨੇ। ਰੱਬ ਨਾ ਕਰੇ ਕਿਸੇ ਦੀ ਜਾਨ ਚਲੇ ਜਾਂਦੀ ਹੈ, ਫਿਰ ਉੱਥੇ ਬੈਠ ਕੇ ਫਿਰ ਸ਼ਰਧਾਂਜਲੀਆਂ ਦਾ ਦੌਰ ਸ਼ੁਰੂ ਹੋ ਜਾਊਗਾ। ਇੰਨੀਆਂ ਕੀਮਤੀ ਜਾਨਾਂ ਕਿੱਦਾਂ ਗਵਾਣ ਦੇ ਸਕਦੇ? ਪਹਿਲੇ ਹੀ ਕਰੋਨਾ ਦੌਰ 'ਚ ਇੰਨੀਆਂ ਡੈਥਸ ਹੋਈਆਂ ਕਿ ਤੁਹਾਨੂੰ ਉਹਦੇ ਨਾਲ ਰੱਜ ਨਹੀਂ ਆਇਆ। ਇਹ
ਬਹੁਤ ਜ਼ਿਆਦਾ ਗਲਤ ਗੱਲ ਆ। ਇੰਨਾ ਜ਼ਿਆਦਾ ਇਹ ਪਾਪ ਕਰ ਰਹੇ ਆ, ਇਟਸ ਵੈਰੀ ਵੈਰੀ ਇਨਹਿਊਮੇਨ। ਜਸਟਿਸ ਜਿਹੜਾ ਉਹ ਬਿਲਕੁਲ ਹੀ ਨਹੀਂ ਕਿਤੇ ਵੀ ਦਿਖ ਰਿਹਾ। ਪ੍ਰੈਜ਼ੀਡੈਂਟ ਕੋਈ ਤਾਂ ਆਪਣੀ ਡਿਊਟੀ ਸਮਝੇ, ਐਟਲੀਸਟ ਸੁਪਰੀਮ ਕੋਰਟ ਹੀ ਦੇਖ ਲਏ ਉਹ। ਔਰ ਵੈਸੇ ਵੀ ਇਹ ਜਿਹੜਾ ਬਿੱਲ ਆ ਇਹਦੀ ਨੀਂਹ ਵੀ ਗਲਤ ਆ, ਕੌਨਸਟੀਟਿਊਸ਼ਨ ਨੂੰ ਹਿਲਾ ਕੇ ਬਣਾਇਆ ਗਿਆ ਆ। ਐਗਰੀਕਲਚਰ ਇਜ਼ ਨਾਟ ਐਨ ਓਪਨ ਸਬਜੈਕਟ, ਇਟਸ ਅ ਸਟੇਟ ਸਬਜੈਕਟ। ਸੈਂਟਰ ਨੂੰ ਕੋਈ ਰਾਈਟ ਹੀ ਨਹੀਂ ਉਹਦੇ ਵਿੱਚ ਇੰਟਰਫੇਅਰ ਕਰਨ ਦਾ। ਔਰ ਇਹ ਸੁਪਰੀਮ ਕੋਰਟ ਜੇ ਚਾਹੇ ਤਾਂ 1 ਮਿੰਟ 'ਚ ਇਹਨਾਂ ਨੂੰ ਅੰਦਰ ਕਰ ਸਕਦੇ। ਔਰ ਇਹਨਾਂ ਕਿਉਂਕਿ ਇਹਦੀ ਨੀਂਹ ਵੀ ਗਲਤ ਆ ਬਿੱਲ ਦੀ। ਬਿਲਕੁਲ। ਸੋ ਬਹੁਤ ਕਿਉਂਕਿ ਇਹ ਸਿੱਧਾ ਰਾਜਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਹੈ ਸਭ ਤੋਂ ਪਹਿਲੀ ਗੱਲ ਤੇ। ਪਰ ਜਦੋਂ ਹੁਣ ਇਹ ਡਾਕਾ ਮਾਰਿਆ ਵੀ ਹੈ ਤਾਂ ਹਰ ਕੋਈ ਕਹਿ ਰਿਹਾ ਵੀ ਕਾਨੂੰਨ ਵਾਪਸ ਕਰਵਾ ਕੇ ਹੀ ਜਾਵਾਂਗੇ, ਨਹੀਂ ਤਾਂ ਨਹੀਂ ਜਾਵਾਂਗੇ। ਕਿਵੇਂ ਵੇਖਦੇ ਹੋ ਤੁਸੀਂ? ਗੱਲ ਕੀਤੀ ਹੈ, ਬਹੁਤ ਦਰੁਸਤ ਕੀਤੀ ਹੈ ਵੀ ਜਿਹੜੇ ਭਾਜਪਾ ਦੇ ਲੀਡਰ ਗਲਤ ਬਿਆਨਬਾਜ਼ੀਆਂ ਕਰਦੇ ਨੇ ਜਾਂ ਨਹੀਂ ਮੰਤਰੀ ਜਿਹੜੇ ਕਰਨਾ ਚਾਹੁੰਦੇ ਆ, ਜੇ ਕਹਿੰਦੇ ਆ ਵੀ ਸੋਧਾਂ ਕਰ ਦਾਂਗੇ, ਬਿੱਲ ਨਹੀਂ ਵਾਪਸ ਹੋਣਗੇ, ਇਹਨਾਂ ਲੋਕਾਂ ਨੂੰ ਨਹੀਂ ਦੇਖ ਰਹੇ। ਬਲੋਰਾਂ ਦੇ ਵਿੱਚ ਬੈਠ ਕੇ ਮੀਟਿੰਗਾਂ ਕਰਦੇ ਨੇ ਤੇ ਬਲੋਰਾਂ ਵਾਲੀਆਂ ਗੱਡੀਆਂ ਦੇ ਵਿੱਚ ਵਾਪਸ ਪਰਤ ਜਾਂਦੇ ਨੇ, ਬਲੋਰਾਂ ਵਾਲੀਆਂ ਕੋਠੀਆਂ ਦੇ ਵਿੱਚ ਚਲੇ ਜਾਂਦੇ ਨੇ। ਠੰਡ ਬਾਰੇ ਤਾਂ ਦੇਖਦੇ ਸਰਕਾਰ ਇਸ ਲਈ ਨਹੀਂ ਚੁਣੀ ਜਾਂਦੀ, ਐਡੇ ਪ੍ਰਧਾਨ ਮੰਤਰੀ, ਐਡੀਆਂ ਪੋਸਟਾਂ ਕਿ ਤੁਸੀਂ ਗੱਡੀਆਂ ਮਹਿਲਾਂ ਦੇ ਵਿੱਚ ਰਹੋ ਤੇ ਆਮ ਜਨਤਾ ਦੀ ਆ ਕੇ ਸੁਣੋ ਨਾ। ਆਮ ਜਨਤਾ ਤੁਸੀਂ ਹਕੀਕੀ ਲੈਵਲ ਤੇ ਆ ਕੇ ਦੇਖੋ ਕਿੰਨੀ ਠੰਡ ਇਸ ਟਾਈਮ 'ਚੋਂ ਇੱਕ ਦਿਨ ਵੀ ਰਹਿ ਕੇ ਦਿਖਾਣ। ਇੰਨੀ ਮੀਂਹ ਬਾਰਿਸ਼, ਸਲਾਮ ਹੈ ਇਹਨਾਂ ਬਜ਼ੁਰਗਾਂ ਨੂੰ, ਇਹਨਾਂ ਬੱਚਿਆਂ ਨੂੰ, ਔਰਤਾਂ ਨੂੰ, ਨੌਜਵਾਨ ਇੰਨੇ ਸਵੇਰ ਤੋਂ 7 ਵਜੇ ਉਹ ਲੰਗਰ ਬਣਾਉਣਾ ਸ਼ੁਰੂ ਹੋ ਜਾਂਦੇ। ਇੰਨਾ ਜ਼ਿਆਦਾ ਇੱਕ ਦਿਨ ਵੀ ਇੱਥੇ ਆ ਕੇ ਇਹਨਾਂ ਨੂੰ ਆਉਣਾ ਚਾਹੀਦਾ, ਦੇਖਣਾ ਚਾਹੀਦਾ ਹੈ ਕਿੰਨੀਆਂ ਕਠਿਨਾਵਾਂ, ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਆ ਸਾਰੇ। ਬਿਲਕੁਲ। ਫਿਰ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਜਦੋਂ ਹੁਣ ਇਹ ਨਹੀਂ ਦੇਖ ਰਹੇ ਤਾਂ ਅਸੀਂ ਲੋਕਾਂ ਨੇ ਸਰਕਾਰਾਂ ਚੁਣੀਆਂ, ਅਸੀਂ ਲੋਕਾਂ ਨੇ ਸਿਸਟਮ ਨੂੰ ਅਸੈਪਟ ਕੀਤਾ ਤੇ ਫਿਰ ਅਸੀਂ ਲੋਕਾਂ ਨੂੰ ਆਪਣੇ ਆਪ ਨੂੰ ਅਸੀਂ ਕਿਵੇਂ ਵੇਖੀਏ? ਕਿਉਂਕਿ ਜਿਹੜੇ ਅਨਪੜ੍ਹ ਲੋਕ ਮੰਤਰੀਆਂ ਦੀ ਕੁਰਸੀਆਂ 'ਤੇ ਬੈਠੇ ਨੇ ਉਹ ਅੱਜ ਜੱਜ ਪੜ੍ਹੇ ਲਿਖੇ ਜੇ ਕਹਿ ਰਹੇ ਨੇ ਵੀ ਯਾਰ ਕਾਨੂੰਨ ਗਲਤ ਹੈ, ਵਾਪਸ ਹੋਣੇ ਚਾਹੀਦੇ, ਅੱਜ ਉਹਨਾਂ ਦੀ ਵੀ ਨਹੀਂ ਮੰਨ ਰਹੇ। ਅਨਪੜ੍ਹ ਬੰਦਾ ਪੜ੍ਹੇ ਲਿਖਿਆਂ ਦੀ ਵੀ ਨਹੀਂ ਮੰਨ ਰਿਹਾ ਤੇ ਅੱਜ ਉਹਨਾਂ ਦੇ ਅੱਗੇ ਸਾਨੂੰ ਹੱਥ ਜੋੜਨੇ ਪੈ ਰਹੇ, ਮਿੰਨਤਾਂ ਕਰਨੀਆਂ ਪੈ ਰਹੀਆਂ। ਫਿਰ ਉਹਨਾਂ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ ਸਿਸਟਮ ਨੂੰ? ਇਹ ਕਿਤੇ ਨਾ ਕਿਤੇ ਸਾਡੇ ਆਮ ਲੋਕਾਂ ਦੀ ਵੀ ਗਲਤੀ ਆ। ਅਸੀਂ ਕਿਤੇ ਨਾ ਕਿਤੇ ਧਰਮ 'ਚ ਪੈ ਕੇ ਜਾਂ ਵੋਟਾਂ ਇੱਕ ਜਣੇ ਨੂੰ ਦੇਣ ਲੱਗਦੇ ਤੇ ਉਹਨੂੰ ਹੀ ਦਿੰਦੇ ਰਹਿੰਦੇ ਆ। ਬਟ ਵੋਟ ਦੇਣ ਲਈ ਹੁਣ ਸਾਨੂੰ ਇਸ ਚੀਜ਼ ਤੋਂ ਬਹੁਤ ਵੱਡਾ ਸਬਕ ਲੈਣਾ ਚਾਹੀਦਾ ਹੈ ਕਿ ਸਾਡੀ ਵੋਟ ਇੱਕ ਬਹੁਤ ਵੱਡਾ ਸਾਡੇ ਹੱਥ 'ਚ ਅਧਿਕਾਰ ਆ। ਔਰ ਇਹਨੂੰ ਕੀਮਤੀ ਸਮਝ ਕੇ ਜੋ ਅਸਲ 'ਚ ਡਿਜ਼ਰਵ ਕਰਦਾ ਆ ਔਰ ਜੋ ਕਾਬਿਲ ਕੈਂਡੀਡੇਟ ਆ ਉਹਨੂੰ ਹੀ ਵੋਟ ਦੇਣੀ ਚਾਹੀਦੀ, ਨਾ ਕਿ ਇੱਦਾਂ ਦੇ ਅਨਪੜ੍ਹਾਂ ਨੂੰ ਜਿਹਦੇ ਤੋਂ ਜ਼ਿਆਦਾ ਯੂਥ ਜਾਂ ਆਮ ਲੋਕੀ ਪੜ੍ਹੇ ਹੋਏ ਆ। ਹੋਮ ਮਿਨਿਸਟਰ ਐਂਡ ਪ੍ਰਾਈਮ ਮਿਨਿਸਟਰ ਤੋਂ ਜ਼ਿਆਦਾ ਤਾਂ ਈਵਨ ਕਿ ਫਾਰਮਰਸ ਹੀ ਪੜ੍ਹੇ ਹੋਏ ਆ। ਇੱਦਾਂ ਦੇ ਲੋਕਾਂ ਨੂੰ ਵੋਟਾਂ ਨਹੀਂ ਦੇਣੀਆਂ ਚਾਹੀਦੀਆਂ। ਹੁਣ ਇਸ ਅੰਦੋਲਨ ਤੋਂ ਸਭ ਸਬਕ ਲੈਣ ਕਿ ਵੋਟ ਆਪਣੀ ਬਹੁਤ ਜ਼ਿਆਦਾ ਸੋਚ ਸਮਝ ਕੇ ਇਸਤੇਮਾਲ ਕਰੋ, ਨਾ ਕਿ ਧਰਮ ਦੇ ਵਿੱਚ ਆ ਕੇ। ਮੈਂ ਆਪਣੀ ਸੁਸਾਇਟੀ 'ਚ ਆਸੇ ਪਾਸੇ ਇਹੀ ਦੇਖਿਆ ਕਿ ਸਿੱਖਿਆ ਤਾਂ ਉਹਨਾਂ ਨੇ ਇਹਨੂੰ ਦੇਣੀ ਆ ਜਾਂ ਹਿੰਦੂ ਆ ਇਹਨੂੰ ਦੇਣੀ ਆ। ਇਸ ਚੀਜ਼ਾਂ ਤੋਂ ਉੱਪਰ ਉੱਠ ਕੇ ਕਾਬਲੀਅਤ ਦੇ ਹਿਸਾਬ ਨਾਲ ਵੋਟ ਦੇਣੀ ਚਾਹੀਦੀ ਆ। ਕੀ ਸਟੱਡੀ ਕੀਤੀ ਹੈ ਤੁਸੀਂ? ਆਈ ਐਮ ਅ ਕੈਮਿਸਟਰੀ ਲੈਕਚਰਰ। ਮੈਂ MSc ਕੈਮਿਸਟਰੀ ਕੀਤੀ ਹੋਈ ਆ ਐਂਡ ਡਿਪਲੋਮਾ ਇਨ ਬਾਇਓਟੈਕਨੋਲੋਜੀ ਕੀਤਾ ਹੋਇਆ ਆ। ਬਿਲਕੁਲ। ਵੀ ਹੁਣ ਮੈਨੂੰ ਇੰਡੀਅਨ ਕਹਿਣ ਲਈ ਬਹੁਤ ਅਸ਼ੇਮਡ ਫੀਲ ਹੋ ਰਹੀ ਹਾਂ ਮੈਂ। ਮੈਨੂੰ ਇੰਡੀਅਨ ਕਹਿਣਾ ਹੀ, ਜੋ ਹਾਲਾਤ ਦਿਖ ਰਹੇ ਆ, ਮੈਨੂੰ ਇੰਡੀਅਨ ਕਹਿਣ 'ਤੇ ਬਹੁਤ ਸ਼ਰਮ ਮਹਿਸੂਸ ਹੋ ਰਹੀ ਆ। ਸੋ ਹਾਲਾਤ ਅਜਿਹੇ ਬਣੇ ਨੇ ਕਿ ਸਾਨੂੰ ਆਪਣੇ ਦੇਸ਼ ਦੇ ਵਿੱਚ ਖੜ ਕੇ ਦੇਸ਼ਵਾਸੀ ਹੋਣ 'ਤੇ ਮਾਣ ਮਹਿਸੂਸ, ਜਿੱਥੇ ਹੋਣਾ ਚਾਹੀਦਾ ਸੀ ਉੱਥੇ ਸਾਨੂੰ ਸ਼ਰਮ ਮਹਿਸੂਸ ਆਵੇ। ਤਾਂ ਸਮਝ ਲੈਣਾ ਚਾਹੀਦਾ ਸਰਕਾਰਾਂ ਨੂੰ ਵੀ ਅਸੀਂ ਕਿੱਥੇ ਛੱਡ ਦਿੱਤਾ ਯਾਰ ਆਪਣੇ ਲੋਕਾਂ ਨੂੰ, ਜਿਨ੍ਹਾਂ ਨੇ ਤੁਹਾਨੂੰ ਲੀਡਰ ਬਣਾਇਆ, ਜਿਨ੍ਹਾਂ ਨੇ ਤੁਹਾਨੂੰ ਮੰਤਰੀ ਬਣਾਇਆ, ਪ੍ਰਧਾਨ ਮੰਤਰੀ ਦੀਆਂ ਕੁਰਸੀਆਂ ਦਿੱਤੀਆਂ ਨੇ, ਤਾਂ ਉਹਨਾਂ ਲੋਕਾਂ ਨੂੰ ਜ਼ਰੂਰ ਸਮਝਣਾ ਚਾਹੀਦਾ। ਪਰ ਅਸੀਂ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਇਹ ਮੀਂਹ ਦੇ ਵਿੱਚ ਪਰਮਾਤਮਾ ਇਹ ਕੀ ਕਰ ਰਿਹਾ ਹੈ, ਪਰਮਾਤਮਾ ਨੂੰ ਦੋਸ਼ ਦੇ ਰਹੇ ਆ ਲੋਕ। ਪਰ ਮੈਂ ਕਹਿੰਦਾ ਵੀ ਯਾਰ ਇਹ ਦੋਸ਼ ਦੇਣ ਦੀ ਗੱਲ ਨਹੀਂ ਹੈ। ਜੇ ਅੱਜ ਮੀਂਹ ਪੈ ਰਿਹਾ ਤਾਂ ਇੱਕ ਭਾਵਨਾ ਬਣੇਗੀ, ਇਤਿਹਾਸ ਲਿਖਿਆ ਜਾ ਰਿਹਾ ਸੁਨਹਿਰੀ ਅੱਖਰਾਂ ਦੇ ਵਿੱਚ। ਨਾਂ ਜਿਹੜਾ ਹੈਗਾ ਹੈ ਉਹ ਇਤਿਹਾਸ ਦਾ ਇਹ ਦਿਨ ਵੀ ਲਿਖਿਆ ਜਾਊਗਾ ਜਦੋਂ ਕਿਤਾਬਾਂ ਦੇ ਵਿੱਚ ਗੱਲ ਮੀਂਹ ਦੀ ਹੋਏਗੀ ਤਾਂ ਮੀਂਹ ਦੇ ਵਿੱਚ ਇੱਕ ਭਾਵਨਾ ਬਣੇਗੀ। ਸੋ ਵਾਰੀ ਅਸੀਂ ਇਸੇ ਕਰਕੇ ਕਹਿੰਦੇ ਜੇ ਪਰਮਾਤਮਾ ਅੱਜ ਸਾਡੇ ਨਾਲ ਹੈ, ਕਿਸਾਨਾਂ ਦੇ ਨਾਲ ਹੈ, ਇਹਦਾ ਮਤਲਬ ਇਹ ਨਹੀਂ ਜੇ ਮੀਂਹ ਪੈ ਰਿਹਾ ਤਾਂ ਕਿਸਾਨਾਂ ਦੇ ਨਾਲ ਨਹੀਂ ਹੈ ਪਰਮਾਤਮਾ। ਤਾਂ ਇਤਿਹਾਸ ਜੋ ਸਿਰਜ ਹੋ ਰਿਹਾ ਇਹ ਮੀਂਹ ਇੱਕ ਇਤਿਹਾਸ ਦਾ ਉਹ ਪਲ ਹੈ ਜਿਸ ਨੂੰ ਯਾਦ ਕਰਕੇ ਜਦੋਂ ਲੋਕ ਬੱਚੇ ਕਿਤਾਬਾਂ ਦੇ ਵਿੱਚ ਇਸ ਅੰਦੋਲਨ ਬਾਰੇ ਪੜ੍ਹਨਗੇ ਤੇ ਜਦੋਂ ਸੋਚਣਗੇ, ਉਸ ਕਲਪਨਾ ਕਰਨਗੇ ਅੱਜ ਦੇ ਇਸ ਦਿਨ ਨੂੰ, ਤੇ ਸੋਚਣਗੇ ਵੀ ਟਰਾਲੀਆਂ ਦੇ ਵਿੱਚ ਯਾਰ ਮੀਂਹ ਦੇ ਵਿੱਚ ਬੈਠੇ ਸੀਗੇ ਤੇ ਤਰਪਾਲਾਂ ਚੋਂਦੀਆਂ ਸੀਗੀਆਂ, ਇਹ ਹਾਲਾਤ ਬਣੇ ਸੀਗੇ, ਤਾਂ ਫਿਰ ਭਾਵਨਾ ਬਣਦੀ ਹੈ। ਸਰਸਾ ਨਦੀ ਦਾ ਉਹ ਵਿਛੋੜਾ ਉਹ ਭਾਵਨਾ ਬਣਾਉਂਦਾ ਹੈ।
ਸੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਇਹ ਇੱਥੇ ਪਰਮਾਤਮਾ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਬਹੁਤ ਲੋਕ ਕਹਿੰਦੇ ਆ ਵੀ ਇਹ ਅਜਿਹਾ ਮਾਲਕ ਨੂੰ ਨਹੀਂ ਕਰਨਾ ਚਾਹੀਦਾ, ਪਰ ਅਸੀਂ ਇਸ ਨੂੰ ਇੱਕ ਪੋਜ਼ਿਟਿਵ ਵੇ ਦੇ ਨਾਲ ਦੇਖੀਏ ਵੀ ਇਹ ਇਤਿਹਾਸ ਦਾ ਇੱਕ ਸੁਨਹਿਰੀ ਦਿਨ ਬਣਦਾ ਜਾ ਰਿਹਾ ਹੈ, ਹਰ ਪਲ ਸੁਨਹਿਰੀ ਹੋ ਰਿਹਾ ਹੈ। ਤੇ ਦੁਬਾਰਾ ਤੁਸੀਂ ਦੱਸ ਦੇ ਕਿ ਜਿੰਨੇ ਵੀ ਇਹ ਲੋਕ ਨੇ, ਇਹ ਜੋ ਕੈਮਰੇ ਦੇ ਉੱਤੇ ਨੇ, ਸਿਰਫ ਇਹੀ ਨਹੀਂ ਜੋ ਕੈਮਰੇ ਤੋਂ ਪਰੇ ਵੀ ਕਿਸਾਨਾਂ ਦੇ ਸਮਰਥਨ ਦੇ ਵਿੱਚ ਇੱਥੇ ਨੇ, ਇਸ ਵਰਦੇ ਮੀਂਹ ਦੇ ਵਿੱਚ ਡਟੇ ਹੋਏ ਨੇ, ਤਾਂ ਉਹ ਸਾਰੇ ਇਸ ਇਤਿਹਾਸ ਦਾ ਹਿੱਸਾ ਨੇ ਤੇ ਅਸੀਂ ਉਹਨਾਂ ਯੋਧਿਆਂ ਨੂੰ ਸਲਾਮ ਕਰਦੇ ਹਾਂ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਕੁੰਡਲੀ ਬਾਰਡਰ।